ਸਾਹਿਬ ਜੀਓ। ਅੰਮ੍ਰਿਤ ਪੀਵਹੁ ਸਦਾ ਚਿਰ ਜੀਵਹੁ, ਹਰ ਸਿਮਰਤ ਆਨੰਦ ਅਨੰਤਾ। ਰੰਗ ਤਮਾਸਾ ਪੂਰਨ ਆਸਾ, ਕਬਹਿ ਨ ਵਿਆਪੈ ਚਿੰਤਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪਹਿਲਾ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹੋ ਫਲ ਨਾਹੀ ਜੀਓ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਛੋਡੋ ਵੇਸ ਭੇਖ ਚਤੁਰਾਈ, ਦੁਬਿਧਾ ਇਹੋ ਫਲ ਨਾਹੀ ਜੀਓ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਬਾਹਰ ਢੂੰਡਤ ਬਹੁਤ ਦੁਖ ਪਾਵਹਿ, ਕਰ ਅੰਮ੍ਰਿਤ ਘਟ ਮਾਹੀ ਜੀਓ। ਰਹਾਉ ਅਵਗੁਣ ਛੋੜ ਗੁਣਾ ਕਉ ਧਾਵਹੁ, ਕਰ ਅਵਗੁਣ ਪਛਤਾਹੀ ਜੀਓ। ਸਰ ਅਪਸਰ ਕੀ ਸਾਰ ਨ ਜਾਣ ਹੈ, ਫਿਰ ਕੀਚ ਬੁੱਢਾਹੀ ਜੀਓ। ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵਹੁ ਕਾਹੀ ਜੀਓ। ਨਿਰਮਲ ਨਾਮ ਜਪੋ ਸਦ ਗੁਰਮੁਖ, ਅੰਤਰ ਕੀ ਗਤ ਤਾਹੀ ਜੀਓ। ਪਰ ਹਰ ਲੋਭ ਨਿੰਦਾ ਕੂੜ ਤਿਆਗਹੁ, ਸਚ ਗੁਰ ਬਚਨੀ ਫਲ ਪਾਹੀ ਜੀਓ। ਜਿਉ ਭਾਵੈ ਤਿਉ ਰਾਖਹੁ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਪਰ ਹਰ ਲੋਭ ਨਿੰਦਾ ਕੂੜ ਤਿਆਗਹੁ, ਸਚ ਗੁਰ ਬਚਨੀ ਫਲ ਪਾਹੀ ਜੀਓ। ਜਿਉ ਭਾਵੈ ਤਿਉ ਰਾਖਹੁ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਫ਼ਤਾਵਾਰੀ ਦੀਵਾਨਾਂ ਵਿੱਚ ਮਿਹਰਾਂ ਕਰਕੇ ਅੰਮ੍ਰਿਤ ਦਾ ਮੀਂਹ ਵਰਸਾਇਆ ਹੈ। ਗੁਰੂ ਕੇ ਕੀਰਤਨੀਆਂ ਨੇ ਰੱਬੀ ਹਰਜਸ ਸਰਵਣ ਕਰਾਇਆ ਹੈ। ਆਪ ਜੀ ਨੇ ਸਾਰਿਆਂ ਨੇ ਸਰੋਤਿਆਂ ਨੇ ਰੱਬੀ ਹਰਜਸ ਸਰਵਣ ਕੀਤਾ ਹੈ। ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿਤ ਲਾਏ, ਕਹੋ ਕਬੀਰ ਸ਼ੰਕਾ ਨਹੀਂ, ਅੰਤ ਪਰਮਗਤ ਪਾਏ। ਬੜੀ ਉੱਚੀ ਅਵਸਥਾ ਪ੍ਰਾਪਤ ਹੁੰਦੀ ਹੈ ਨਾਮ ਨੂੰ ਜਪਦਿਆਂ, ਨਾਮ ਸੁਣਦਿਆਂ, ਬਾਣੀ ਪੜ੍ਹਦਿਆਂ, ਸੁਣਦਿਆਂ, ਵਿਚਾਰਦਿਆਂ, ਹਿਰਦੇ 'ਚ ਵਸਾਉਂਦਿਆਂ ਪਰਮ ਗਤੀ ਮਿਲ ਜਾਂਦੀ ਹੈ, ਮੁਕਤੀ ਪ੍ਰਾਪਤ ਹੋ ਜਾਂਦੀ ਹੈ, ਜਨਮ ਮਰਨ ਤੋਂ ਪ੍ਰਾਣੀ ਰਹਿਤ ਹੋ ਜਾਂਦਾ ਹੈ। ਆਓ ਖਾਲਸਾ ਸਾਜਨਾ ਦਿਵਸ ਨੈਕਸਟ ਵੀਕ ਆ ਰਿਹਾ ਹੈ, ਅਗਲੇ ਹਫ਼ਤੇ ਆ ਰਿਹਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਦੇਵ ਜੀ ਤੋਂ ਹੀ ਲੈ ਕੇ ਜੋ ਅੰਮ੍ਰਿਤ ਦੀ ਬਾਤ ਹੈ ਜਾਂ ਅੰਮ੍ਰਿਤ ਛਕਣ ਦੀ ਗੱਲ ਹੈ, ਆਪਾਂ ਹੁਣ ਛਕਣਾ ਕਹਿ ਦਿੰਦੇ ਹਾਂ, ਉਸ ਵੇਲੇ ਪੀਣਾ ਕਹਿੰਦੇ ਸੀ, ਤੇ ਅੰਮ੍ਰਿਤ ਪੀਣ ਦੀ ਗੱਲ ਗੁਰੂ ਨਾਨਕ ਦੇਵ ਜੀ ਤੋਂ ਹੀ ਚੱਲਦੀ ਆ ਰਹੀ ਹੈ। ਗੁਰ ਚੇਲੇ ਰਹਿਰਾਸ ਕਰ, ਚਰਨ ਅੰਮ੍ਰਿਤ ਸਿੱਖਾਂ ਪਿਲਾਇਆ। ਗੁਰ ਚੇਲੇ ਰਹਿਰਾਸ ਕਰ, ਚਰਨ ਅੰਮ੍ਰਿਤ
ਸਿੱਖਾਂ ਪਿਲਾਇਆ। ਗੁਰੂ ਚੇਲੇ ਨੇ ਰਹਿਰਾਸ ਦੇ ਵੈਸੇ ਇੱਕ ਤੋਂ ਅਰਥ ਜ਼ਿਆਦਾ ਨੇ ਇਸ ਸ਼ਬਦ ਦੇ। ਰਹਿਰਾਸ ਆਪਾਂ ਸੋਦਰ ਰਹਿਰਾਸ ਦੇ ਪਾਠ ਨੂੰ ਵੀ ਕਹਿੰਦੇ ਹਾਂ ਸ਼ਾਮ ਦੇ ਨੂੰ। ਰਹਿਰਾਸ ਦਾ ਅਰਥ ਪੂੰਜੀ ਵੀ ਹੁੰਦਾ ਹੈ, ਸਫ਼ਰ ਦਾ ਖਰਚ, ਰਸਤੇ ਦੀ ਪੂੰਜੀ। ਤੀਸਰਾ ਅਰਥ ਹੈ ਦੀ ਮਰਿਆਦਾ। ਗੁਰੂ ਅਤੇ ਚੇਲੇ ਨੇ ਆਪਣੀ ਮਰਿਆਦਾ ਨਿਭਾਈ। ਗੁਰੂ ਜੀ ਨੇ ਸਿੱਖਾਂ ਨੂੰ ਚਰਨ ਅੰਮ੍ਰਿਤ ਪਿਲਾਇਆ। ਗੁਰ ਚੇਲੇ ਰਹਿਰਾਸ ਕਰ ਚਰਨ ਅੰਮ੍ਰਿਤ ਸਿੱਖਾਂ ਪਿਲਾਇਆ। ਗੁਰੂ ਘਰ ਦੇ ਬ੍ਰਹਮ ਗਿਆਨੀ ਸਤਿਕਾਰਯੋਗ ਬਾਬਾ ਜੀ ਮਹਾਂਪੁਰਖ ਭਾਈ ਸਾਹਿਬ ਗੁਰਦਾਸ ਸਾਹਿਬ ਜੀ ਦੇ ਬਚਨ ਨੇ ਕਿ ਸਿੱਖਾਂ ਨੂੰ ਅੰਮ੍ਰਿਤ ਪਿਲਾਇਆ ਸਤਿਗੁਰੂ ਜੀ ਨੇ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੀ ਫਿਰ ਦਸਮ ਪਾਤਸ਼ਾਹ ਜੀ ਨੇ ਵੀ ਆਪ ਚਰਨ ਅੰਮ੍ਰਿਤ ਲਿਆ ਨੌਵੇਂ ਪਾਤਸ਼ਾਹ ਜੀ ਤੋਂ, ਅਤੇ ਫਿਰ ਆਪ ਵੀ 1 ਵਿਸਾਖ 1699 ਈਸਵੀ ਦੀ ਵਿਸਾਖੀ ਤੱਕ ਮਹਾਰਾਜ ਜੀ ਚਰਨ ਅੰਮ੍ਰਿਤ ਹੀ ਪਿਲਾਉਂਦੇ ਰਹੇ। ਹੁਣ ਇੱਥੇ ਆ ਕੇ ਮਹਾਰਾਜ ਜੀ ਪਾਤਸ਼ਾਹ ਜੀ ਨੇ ਫਿਰ ਪੰਜਾਂ ਪਿਆਰਿਆਂ ਦੀ ਸਾਜਨਾ ਕੀਤੀ ਹੈ, ਖਾਲਸਾ ਪੰਥ ਦੀ ਸਾਜਨਾ ਕੀਤੀ ਹੈ, ਅਤੇ ਫਿਰ ਜੋ ਇਹ ਬਖਸ਼ਿਸ਼ ਹੈ ਜੋ ਇੱਕ ਸਰੂਪ ਵਿੱਚ ਹੀ ਗੁਰੂ ਦੀ ਜੋਤ ਵਰਤ ਰਹੀ ਹੈ ਅਤੇ ਮਰਿਆਦਾ ਕਰ ਰਹੀ ਹੈ, ਤੇ ਉਹ ਹੁਣ ਅਧਿਕਾਰ ਪੰਜਾਂ ਨੂੰ ਦੇ ਦਿੱਤਾ ਹੈ। ਪੰਜਾਂ ਵਿੱਚ ਗੁਰੂ ਪ੍ਰਵੇਸ਼ ਕਰ ਗਿਆ ਹੈ। ਸਾਧ ਸੰਗਤ ਜੀ, ਦੀਪਕ ਤੇ ਦੀਪਕ ਪ੍ਰਗਾਸਿਆ, ਤੇ ਫਿਰ ਗੁਰੂ ਸਿੱਖ, ਸਿੱਖ ਗੁਰੂ ਹੈ ਏਕੋ ਗੁਰੂ ਉਪਦੇਸ਼ ਚਲਾਈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਨੇ, ਗੁਰੂ ਸਿੱਖ, ਸਿੱਖ ਗੁਰੂ ਹੈ ਏਕੋ ਗੁਰੂ ਉਪਦੇਸ਼ ਚਲਾਏ। ਫਿਰ ਜੋ ਸੀਸ ਭੇਟ ਕਰਨ ਦੀ ਗੱਲ ਹੈ, ਹੰਕਾਰ ਛੱਡ ਕੇ ਆਪਣਾ ਆਪ ਗੁਰੂ ਨੂੰ ਅਰਪਣ ਕਰਨਾ, ਇਹ ਵੀ ਗੁਰੂ ਨਾਨਕ ਦੇਵ ਜੀ ਵੇਲੇ ਤੋਂ ਹੀ ਚੱਲਿਆ ਆ ਰਿਹਾ ਹੈ। ਮਹਾਰਾਜ ਦੇ ਬਚਨ ਵੀ ਨੇ, ਸਤਿਗੁਰ ਆਗੈ ਸੀਸ ਭੇਟ ਦਿਓ, ਜੇ ਸਤਿਗੁਰ ਸਾਚਾ ਭਾਵੈ। ਗੁਰੂ ਰਾਮਦਾਸ ਮਹਾਰਾਜ ਜੀ ਦੇ ਬਚਨ ਨੇ। ਸੋ ਅੰਮ੍ਰਿਤ ਦੀ ਲੋੜ ਕਿਉਂ ਹੈ, ਮੈਂ ਅੱਜ ਇਹੀ ਬੇਨਤੀ ਕਰਨੀ ਹੈ, ਕਿਉਂਕਿ ਜਦੋਂ ਖਾਲਸਾ ਸਾਜਨਾ ਦਿਵਸ ਹੁੰਦਾ ਹੈ, ਸਮਾਂ ਉਹਨਾਂ ਕੀ ਹੁੰਦਾ ਹੈ, ਸਾਰਾ ਇਤਿਹਾਸ ਤਾਂ ਨਹੀਂ ਸੁਣਾਇਆ ਜਾਂਦਾ, ਤੇ ਨਾ ਹੀ ਸਾਰੀ ਜੋ ਲੋੜ ਹੁੰਦੀ ਹੈ ਉਸ ਦਿਨ ਤੇ ਗੁਰਬਾਣੀ ਦੀ ਵਿਆਖਿਆ ਦੀ ਨਾ ਉਹ ਪੂਰੀ ਸੁਣਾਈ ਜਾਂਦੀ ਹੈ। ਸੋ ਸਮੇਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਹੈ। ਅੰਮ੍ਰਿਤ ਦੀ ਲੋੜ ਕਿਉਂ ਹੈ? ਸਤਿਗੁਰੂ ਜੀ ਗੁਰੂ ਨਾਨਕ ਦੇਵ ਜੀ ਦਾ ਹੀ ਮੈਂ ਸ਼ਬਦ ਲਿਆ ਹੈ, ਕਿਉਂ ਕਈ ਵਾਰੀ ਭੁਲੇਖਾ ਹੈ ਕਿ ਜੀ ਅੰਮ੍ਰਿਤ ਦੀ ਤੇ ਦਾਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਿੱਤੀ ਹੈ। ਨਹੀਂ, ਐਸਾ ਨਹੀਂ ਹੈ। ਹਾਂ, ਖੰਡੇ ਬਾਟੇ ਦਾ ਜੋ ਅੰਮ੍ਰਿਤ ਹੈ ਉਹ ਵੀ ਇਹ ਨਾਮ ਦਾ ਹੀ ਅੰਮ੍ਰਿਤ, ਪਰ ਇਹ ਜੋ ਮਰਿਆਦਾ ਇੱਥੇ ਆ ਕੇ ਬਦਲੀ ਗਈ ਹੈ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪ ਬਦਲੀ ਹੈ ਤੇ ਨਿਭਾਈ ਹੈ। ਗੁਰੂ ਨਾਨਕ ਦੇਵ ਜੀ ਦਾ ਮੈਂ ਸ਼ਬਦ ਲਿਆ ਹੈ, ਆਪ ਜੀ ਨੇ ਸਾਰਾ ਸ਼ਬਦ ਸਰਵਣ ਕੀਤਾ ਹੈ। ਆਪ ਜੀ ਨੇ ਪੜ੍ਹਨਾ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਅੰਗ 598 ਤੇ ਆ। ਸੋ ਇਹ ਸ਼ਬਦ ਸੋਰਠ ਮਹੱਲਾ ਪਹਿਲਾ, ਸੋਰਠ ਰਾਗ ਹੈ, ਪਹਿਲੇ ਪਾਤਸ਼ਾਹ ਜੀ ਦੇ ਸ਼ਬਦ ਹੈ। ਹੁਣ ਮਹਾਰਾਜ ਕਹਿੰਦੇ ਕੀ ਨੇ? ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਓ। ਕਹਿੰਦੇ ਜਿਸ ਅੰਮ੍ਰਿਤ ਨੂੰ ਤੁਸੀਂ ਪਾਉਣ ਦੇ ਲਈ ਆਏ ਹੋ, ਦੇਖੋ ਸਿੱਧੇ ਸਿੱਧੇ ਅਰਥ ਨੇ। ਇਹ ਜੋ ਅੰਮ੍ਰਿਤ ਦਾ ਖਜ਼ਾਨਾ ਹੈ, ਜਿਸ ਨੂੰ ਤੁਸੀਂ ਲੈਣ ਆਏ ਹੋ, ਜਿਸ ਵਿੱਚੋਂ ਤੁਸੀਂ ਇਹ ਬੂੰਦਾਂ ਪੀਣੀਆਂ ਨੇ, ਇਸ ਜਗ 'ਚ ਆਉਣ ਦਾ ਤੁਹਾਡਾ ਮਨੋਰਥ ਅਸਲ 'ਚ ਇਹੀ ਹੈ। ਹੁਣ ਮਹਾਰਾਜ ਜੀ ਇੱਕ ਬਚਨ ਕਰ ਰਹੇ ਨੇ ਕਿ ਆਈ ਤੁਸੀਂ ਅੰਮ੍ਰਿਤ ਲੈਣ ਲਈ ਹੋ, ਨਾਮ ਲੈਣ ਲਈ ਆਏ ਹੋ, ਜੀਵਨ ਸਫਲ ਕਰਨ ਲਈ। ਨਾਮ ਕੇ ਲਈ, ਅੰਮ੍ਰਿਤ ਕੇ ਲਈ, ਬਾਣੀ ਕੇ ਲਈ, ਸੱਚੀ ਗੱਲ ਇੱਕੋ ਹੀ ਆ। ਇਹ ਵੀ ਮੈਂ ਬੇਨਤੀ ਕਰਾਂ, ਮੈਂ 2-3 ਉਦਾਹਰਨਾਂ ਆਪ ਜੀ ਦੇ ਸਾਹਮਣੇ ਬੇਨਤੀਆਂ ਕਰਦਾ। ਸਤਿਗੁਰੂ ਜੀ ਦੇ ਹੁਕਮ ਨੇ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਹੁਣ ਨਾਮ ਵੀ ਨਿਧਾਨ ਹੈ, ਅੰਮ੍ਰਿਤ ਹੈ। ਕਹਿੰਦੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ,
विच बाणी अमृत सारे। अमृत बाणी हर हर तेरी, सुन सुन होवै परमगत मेरी। फिर नाम ही गुरु है, नाम ही रब है। सत्संग बाणी गुरु, गुरु है बाणी। हुण मैं अपने कोल कुछ नहीं बोलदा, गुरु साहब के जो उपदेश आपां नूं मिले ने अथेंटिक, जिहड़े यूनीवर्सल ने, वो मैं आप जी नाल साझे कर रहा। गुरु ग्रंथ साहिब जी विच दर्ज ने ये बचन। फिर नाम ही रब है, बाणी ही रब है। गुरु ग्रंथ साहिब जी रब का स्वरूप ने। वाह वाह बाणी निरंकार है, तिस जेवड अवर ना कोई। निरंकार का स्वरूप है बाणी। असीं किसी नूं मिलना होवे ते सत्संग जी फिर उहदा एड्रैस चाहिदा है, उहदा नाम चाहिदा है, ते तां ही आपां जावांगे ना। फिर उहदी बोली सानूं आउंदी होवे तां ही गल कर सकांगे। सो परमेश्वर जी की जो बोली है वो प्रेम ही है, नाम ही है, बाणी ही है। तुर की बाणी आई, तिन सगली चिंत मिटाई। जैसी मैं आवे खसम की बाणी, तैसड़ा करी ज्ञान वे लालो। हों आपों बोल ना जानदा, मैं कहया सब हुक्म आओ जियो। बेअंत इहो ਜਿਹੇ ਆਪਾਂ ਨੂੰ सतगुरु ਦੇ उपदेश शब्द मिलते हैं। अमृत छकना अत जरूरी है, मस्ट है। महाराज कहते बाकी गल्लां आपां फेर करांगे। कहते प्रथम रहत जय जान खंडे की पौहल छकै। पहली कहते मेरी ये तुहानूं हदायत है, ये रहत पहली ये है, मर्यादा ये पहली है, कानून इस नूं कह लिए आपां। सो कोड ऑफ कंडक्ट कह लिए सिੱਖੀ ਦਾ कि मस्ट अमृत छकना है। हुण महाराज जी कहते ने जिस जल निध कारण तुम जग आए, सो अमृत गुर पाही जियो। गुरु दे कोल है अमृत, आके लै ला। फिर कहते ने छोडो वेस भेख चतुराई, दुविधा इहो फल नाही जियो। कई बारी प्राणी ना धर्म का भेख धारण कर लेंदा है, पर अंदरों धर्म ही नहीं हुंदा। महाराज जी कहते ये हंकार छड्ड भेख दा। भेख की लोड़ है, ड्रैस चाहिदी है। महाराज कहते अंदरों हंकार छड्ड भी मैं तो भेख धारण किया है, मैं तो सन्यासियों वाला भेख धारण कर लिया है, मैं मुंदरा पा लिया, तो मैं डंडा हथ च फड़ लिया। कहते छड्ड, हंकार नूं छड्ड। कहते ने इस करके ये जो अंदर हंकार है, तैनूं अपने वेस दा, अपने जप तप दा, अपने भेख दा, फिर दूसरा भी मैं बहुत पढ़िया, मेरे को ज्ञान बड़ा है, मैं बहुत डिग्रियां प्राप्त कर लिया ने। कहते ये चतराई छड्ड, अपनी सियाणप छड्ड। तां ही तो महाराज जी ने, गुरु नानक देव जी ने बचन किए ने, पहला कहते ने जो तो प्रेम खेलन का चाओ, सिर धर तली गली मेरी आओ। इत मार्ग पैर धरीजै, सिर दीजै कान ना कीजै। महाराज जी ने पहली शर्त रख दी, गुरु नानक देव जी ने। गुरु अर्जन देव महाराज जी ने भी यही शर्त रखी, पहला मरण कबूल, जीवन की छड्ड आस, हो सबना की रेण का तो आओ हमारा पास। कहते छड्ड ऐसी चतराई दा मान, ऐसी विद्या दा मान, हंकार छड्ड दे तू। दुविधा इहो फल ना ही जियो। दुविधा मेर तेर विच, दुचित्तेपन विच, मैं अज अमर छकांगा, मैं कल छकांगा, मैं फिर छकांगा। कहते इस तरह नहीं, ये जरूरी शक ही लाए। बाबा कबीर साहब जी कहते धर्म का काम करन लग्या कदे देर ना करिए। कबीर काल करंता अवै कर, अब करता सोए ताल। पाछै कछु न होएगो, जो सिर पर ऊपर, जो सिर पर आवे काल। कहते फिर कुछ नहीं होना, मौत सिर ते खड़ी है, पता नहीं किस वेले उसने लै जाना है। कहते ने इस करके तू ये दुविधा दुचित्तापन छड्ड, इस विच तैनूं जीवन का फल शांति प्राप्त नहीं हो सकती। मन रे थिर रहो, मत कत जाही जियो। हे मेरे मन, तू अडोलता विच टिक, गुरु की शरण विच आ। ਐਵੇਂ ਹੋਰ ਨਾ ਭੱਜਿਆ ਫਿਰ ਇੱਧਰ ਉੱਧਰ, ਕਦੇ ਮੜੀਆਂ ਤੇ, ਕਦੇ ਮਸਾਣੀਆਂ ਤੇ, ਕਦੇ ਕਬਰਾਂ ਤੇ, ਕਦੇ ਰੁੱਖਾਂ ਦੇ ਕੋਲ ਜਾ ਕਰਕੇ, ਕਦੇ ਗੁੱਗੇ ਨੂੰ ਪੂਜੀ ਜਾਣਾ ਤੇ ਕਦੇ ਕਿਸੇ ਹੋਰ। ਇਸ ਤਰ੍ਹਾਂ
ਦੇਵੀ ਦੇਵਤਿਆਂ ਨੂੰ ਪੂਜਣ ਲੱਗਾ ਹੋਇਆ, ਮਤ ਕਤ ਜਾਹੀ ਜੀਓ, ਐਵੇਂ ਨਾ ਭੱਜਿਆ ਫਿਰ। ਬਾਹਰ ਢੂੰਡਤ ਬਹੁਤ ਦੁੱਖ ਪਾਵੈਂ, ਘਰ ਅੰਮ੍ਰਿਤ ਘਟ ਮਾਹੀ ਜੀਓ। ਬਾਹਰ ਭਾਲਦਿਆਂ ਤੈਨੂੰ ਬਹੁਤ ਦੁੱਖ ਪ੍ਰਾਪਤ ਹੋਣਾ ਤੇ ਅੰਮ੍ਰਿਤ ਮਿਲਣਾ ਵੀ ਨਹੀਂ, ਸ਼ਾਂਤੀ ਮਿਲਣੀ ਵੀ ਨਹੀਂ, ਸੁੱਖ ਮਿਲਣਾ ਵੀ ਨਹੀਂ। ਤੇਰੇ ਹਿਰਦੇ ਘਰ ਵਿੱਚ ਹੀ ਪ੍ਰਮਾਤਮਾ ਨੇ ਅੰਮ੍ਰਿਤ ਰੱਖਿਆ ਹੋਇਆ ਹੈ। ਘਰ ਅੰਮ੍ਰਿਤ ਘਟ ਮਾਹੀ ਜੀਓ, ਤੇਰੇ ਸਰੀਰ ਵਿੱਚ ਹੀ ਹੈ, ਤੇਰੇ ਹਿਰਦੇ ਵਿੱਚ ਹੈ। ਇੱਥੇ ਮੈਂ ਇੱਕ ਜ਼ਰੂਰ ਆਪ ਜੀ ਨਾਲ ਬੇਨਤੀ ਕਰਨੀ ਆ, ਜਿਹੜੇ ਦੇਹਧਾਰੀਆਂ ਦੇ ਚੇਲੇ ਨੇ ਨਾ, ਦੇਹਧਾਰੀ ਗੁਰੂਆਂ ਦੇ, ਪਖੰਡੀਆਂ ਦੇ, ਉਹ ਬੜੀਆਂ ਗੱਲਾਂ ਜਾਣਦੇ ਆ। ਅਸੀਂ ਬੜਾ ਉਹਨਾਂ ਕੋਲ ਗਿਆਨ ਬੜਾ ਹੈ। ਫਰੀ ਮਾਊਂਟ ਇਸ ਤਰ੍ਹਾਂ ਹੀ ਮੇਰੇ ਕੋਲ ਇੱਕ ਪੁਰਾਣੀ 3 ਸਾਲ ਆਉਂਦਾ ਰਿਹਾ। ਅੱਗੇ ਮੈਂ ਬਚਨ ਕਰਦਾ ਰਹਿਣਾ, ਫਿਰ ਮੈਂ ਕਰਾਂ, ਲੋੜ ਹੈ ਅੱਜ। ਮੈਨੂੰ ਕਹਿੰਦਾ ਗਿਆਨੀ ਜੀ ਤੁਹਾਡੇ ਨਾਲ ਗੱਲ ਕਰਨੀ ਹੈ। ਮੈਂ ਕਿਹਾ ਆ ਜਾਓ, ਕੋਈ ਨਹੀਂ, ਬਹਿ ਜਾਓ। ਮੈਂ ਕਿਹਾ ਆਪਾਂ ਦੋਵੇਂ ਕਮਰੇ 'ਚ ਬਹਿਨੇ, ਆਰਾਮ ਨਾਲ ਗੱਲ ਹੋ ਜੂ। ਕਹਿੰਦੇ ਠੀਕ ਹੈ। ਕਾਗਜ਼ 'ਤੇ ਲਿਖੀ ਫਿਰੇ ਉਹ ਸਵਾਲ। ਕਹਿੰਦੇ ਦੇਖੋ ਗਿਆਨੀ ਜੀ, ਜਿਹੜਾ ਅੰਦਰ ਅੰਮ੍ਰਿਤ ਆ ਨਾ, ਉਹ ਅਸਲੀ ਅੰਮ੍ਰਿਤ ਆ, ਤੇ ਬਾਹਰਲਾ ਅੰਮ੍ਰਿਤ ਨਾ ਨਕਲੀ ਆ। ਮੈਂ ਕਿਹਾ ਠੀਕ ਹੈ ਜੀ, ਹੋਰ? ਕਹਿੰਦੇ ਜਿਹੜਾ ਅੰਦਰ ਨਾਮ ਹੈ ਨਾ, ਉਹ ਅਸਲੀ ਆ, ਤੇ ਬਾਹਰਲਾ ਨਾਮ ਨਾ ਨਕਲੀ ਆ। ਮੈਂ ਕਿਹਾ ਠੀਕ ਹੈ ਜੀ, ਹੋਰ? ਕਹਿੰਦੇ ਜਿਹੜੀ ਅੰਦਰ ਬਾਣੀ ਆ ਉਹ ਅਸਲੀ ਆ, ਉਹ ਸੱਚੀ ਆ, ਬਾਹਰਲੀ ਬਾਣੀ ਨਕਲੀ ਆ। ਮੈਂ ਕਿਹਾ ਠੀਕ ਹੈ ਜੀ, ਹੋਰ? ਕਹਿੰਦਾ ਬਸ। ਮੈਂ ਕਿਹਾ ਕੋਈ ਨਹੀਂ, ਤੁਸੀਂ ਹੋਰ ਦੇਖੋ, ਤੁਹਾਡਾ ਸਵਾਲ ਹੈਗਾ ਤਾਂ ਦੱਸ ਲਓ, ਫਿਰ ਮੈਂ ਇਕੱਠੇ ਹੀ ਜਵਾਬ ਦਿੰਦਾ। ਤੇ ਸਾਸੀ ਮੈਨੂੰ ਕਦੇ ਇਹ ਸਵਾਲ ਕਿਸੇ ਨੇ ਕੀਤਾ ਨਹੀਂ ਸੀ। ਮੈਂ ਤਾਂ ਸਤਿਗੁਰੂ ਦੇ ਆਸਰੇ ਹੀ ਰਹਿਣਾ, ਨਾ ਮੈਂ ਬਹੁਤਾ ਪੜ੍ਹਿਆ ਹੋਇਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਗੱਲ ਸੁਝਾਈ ਵੀ 3 ਸਵਾਲ ਇਹਨੇ ਕੀਤੇ ਨੇ ਤੇ ਅਜੇ ਚੌਥਾ ਤੂੰ ਹੁਣ ਇਹਨੂੰ ਕਰ। ਮੈਂ ਉਹਨੂੰ ਕਿਹਾ ਅੰਦਰ ਜਿਹੜਾ ਰੱਬ ਹੈ ਸਾਡੇ ਸਾਰਿਆਂ ਦੇ, ਪਰਮਾਤਮਾ ਹੈ, ਉਹ ਅਸਲੀ ਹੈ ਤੇ ਬਾਹਰਲਾ ਨਕਲੀ ਹੈ, ਇਹ ਦੱਸੋ। ਕਹਿੰਦਾ ਨਹੀਂ ਨਹੀਂ, ਇਹ ਤਾਂ ਗੱਲ ਹੋ ਹੀ ਨਹੀਂ ਸਕਦੀ। ਅੰਦਰ ਵੀ ਪਰਮਾਤਮਾ ਜੋ ਅਸਲੀ ਆ ਤੇ ਬਾਹਰ ਵੀ ਅਸਲੀ ਆ। ਤੇ ਮੈਂ ਕਿਹਾ ਉਹਦਾ ਨਾਮ ਕਿੱਦਾਂ ਅਸਲੀ ਨਕਲੀ ਹੋ ਗਿਆ? ਫਿਰ ਜਪੋ ਸਤਿਨਾਮ ਸ਼੍ਰੀ ਵਾਹਿਗੁਰੂ। ਉਹਦੀ ਬਾਣੀ ਕਿੱਦਾਂ ਅਸਲੀ ਨਕਲੀ ਹੋ ਗਈ ਭਾਈ? ਉਹਦਾ ਅੰਮ੍ਰਿਤ ਜੋ ਹੈ ਉਹ ਕਿਸ ਤਰ੍ਹਾਂ ਅਸਲੀ ਨਕਲੀ ਹੋ ਗਿਆ? ਮੈਂ ਕਿਹਾ ਤੁਸੀਂ ਆਪਣਾ ਗਿਆਨ ਆਪਣੇ ਕੋਲੇ ਰੱਖੋ। ਸਾਨੂੰ ਸਤਿਗੁਰੂ ਨੇ ਬੜੀ ਬਖਸ਼ਿਸ਼ ਕੀਤੀ ਹੋਈ ਹੈ, ਤੇ ਜੋ ਅੰਮ੍ਰਿਤ ਅੰਦਰ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਗਟ ਕਰਦੇ ਨੇ। ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੇ ਤੁਸੀਂ ਇਹ ਅੰਮ੍ਰਿਤ ਛਕਾਈ ਜਾਂਦੇ ਹੋ, ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਆਉਂਦਾ ਤੁਹਾਡੇ ਕੋਲ ਨਾਮ ਦੇਈ ਜਾਂਦੇ ਹੋ, ਇਹਨਾਂ ਨੂੰ ਬਾਣੀ ਪੜ੍ਹਾਈ ਜਾਂਦੇ ਹੋ। ਕਹਿੰਦੇ ਹਾਂਜੀ। ਕਹਿੰਦੇ ਇਹ ਤੁਸੀਂ ਕੀ ਕਰੀ ਜਾਂਦੇ ਹੋ? ਕਹਿੰਦੇ ਅੰਦਰ ਹੀ ਸਾਰਿਆਂ ਦੇ ਬਾਣੀ ਹੈ, ਨਾਮ ਹੈ, ਸਭ ਕੁਝ ਹੈ, ਰੱਬ ਵੀ ਅੰਦਰ ਹੀ ਹੈ। ਕਹਿੰਦੇ ਬਿਲਕੁਲ ਠੀਕ ਹੈ। ਕਹਿੰਦੇ ਜੈਸੀ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮਧੇ ਪਾਣੀ ਨਾ ਹੀ? ਸਤਿਗੁਰੂ ਨੇ ਸਵਾਲ ਕਰਤਾ। ਕਹਿੰਦੇ ਜਿਸ ਤਰ੍ਹਾਂ ਧਰਤੀ ਤੇ ਮੀਂਹ ਪੈਂਦਾ, ਬੱਦਲ ਵਰਸਦਾ, ਕੀ ਧਰਤੀ ਦੇ ਹੇਠਲਾ ਪਾਣੀ ਮੁੱਕ ਗਿਆ ਤਾਂ ਪੈਣ ਲੱਗਾ? ਜਪੋ ਸਤਿਨਾਮ ਸ਼੍ਰੀ ਵਾਹਿਗੁਰੂ। ਕਹਿੰਦੇ ਨਹੀਂ, ਮੁੱਕਿਆ ਤਾਂ ਨਹੀਂ ਹੇਠਾਂ। ਕਹਿੰਦੇ ਫਿਰ ਇਸ ਤਰ੍ਹਾਂ ਹੀ ਆ, ਅੰਦਰ ਵੀ ਅੰਮ੍ਰਿਤ ਹੈ, ਅੰਦਰ ਵੀ ਬਾਣੀ ਹੈ, ਅੰਦਰ ਵੀ ਨਾਮ ਹੈ। ਗੁਰੂ ਬੱਦਲ ਬਣ ਕੇ ਨਾ ਫਿਰ ਨਾਮ ਦਾ ਮੀਂਹ ਪਾਉਂਦਾ ਹੈ, ਅੰਮ੍ਰਿਤ ਦਾ ਮੀਂਹ ਪਾਉਂਦਾ ਹੈ, ਬਾਣੀ ਦਾ ਮੀਂਹ ਪਾਉਂਦਾ, ਵਰਸਾਉਂਦਾ ਹੈ, ਤੇ ਫਿਰ ਅੰਦਰਲਾ ਤੇ ਬਾਹਰਲਾ ਅੰਮ੍ਰਿਤ ਇੱਕ ਹੋ ਜਾਂਦੇ ਨੇ। ਤੇ ਇੱਥੇ ਮਹਾਰਾਜ ਜੀ ਕਹਿੰਦੇ ਨੇ ਬਾਹਰ ਢੂੰਡਤ ਬਹੁਤ ਦੁੱਖ ਪਾਵੈਂ, ਘਰ ਅੰਮ੍ਰਿਤ ਘਟ ਮਾਹੀ ਜੀਉ ਰਹਾਓ। ਅੰਦਰ ਹੀ ਅੰਮ੍ਰਿਤ ਹੈ, ਗੁਰੂ ਪ੍ਰਗਟ ਕਰ ਦਿੰਦਾ ਹੈ। ਵਿਦਵਾਨਾਂ ਨੇ ਅਰਥ ਕੀਤੇ ਨੇ, ਕਹਿੰਦੇ ਪਰਮਾਤਮਾ ਨੂੰ ਮਿਲਣ ਦੇ ਲਈ ਹਿਰਦਾ ਸ਼ੁੱਧ ਚਾਹੀਦਾ ਹੈ। ਸ਼ਬਦਾਰਥ ਦੇ ਗੁਰਮੁਖ ਪਿਆਰੇ ਇਹ ਅਰਥ ਕਰਦੇ ਨੇ ਕਿ ਹਿਰਦਾ ਸ਼ੁੱਧ ਕਿਵੇਂ ਹੋਵੇਗਾ? ਹਿਰਦਾ ਸ਼ੁੱਧ ਤਾਂ ਨਾਮ ਜਪਣ ਨਾਲ ਹੀ ਹੋਣਾ ਹੈ ਨਾ, ਅੰਮ੍ਰਿਤ ਛਕਣ ਨਾਲ ਹੋਵੇਗਾ। ਜਪੋ ਸਤਿਨਾਮ ਸ਼੍ਰੀ ਵਾਹਿਗੁਰੂ। ਸੋ ਹਿਰਦਾ ਸ਼ੁੱਧ ਕਰਨਾ ਹੈ ਤਾਂ ਅੰਮ੍ਰਿਤ ਨੇ ਹੀ ਕਰਨਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਬਖਸ਼ਿਸ਼ ਕਰ ਰਹੇ ਨੇ ਅੱਗੇ, ਰਹਾਓ। ਅਵਗੁਣ ਛੋੜ ਗੁਣਾ ਕਉ ਧਾਵੋ, ਕਰ ਅਵਗੁਣ ਪਛਤਾਹੀ ਜੀਓ। ਕਹਿੰਦੇ ਔਗੁਣਾਂ ਨੂੰ ਛੱਡੋ ਭਾਈ, ਗੁਣਾਂ ਦੇ ਲਈ ਆਪਣਾ ਉਦਮ ਕਰੋ। ਤੇ ਜੇ ਤੁਸੀਂ ਅਵਗੁਣ ਕਰਦੇ ਰਹੇ ਪਛਤਾਉਣਾ ਪੈਣਾ ਹੈ। ਸਰ ਅਪਸਰ ਕੀ ਸਾਰ ਨਾ ਜਾਣਾ, ਫਿਰ ਕੀਚ ਬੁੱਢਾ ਹੀ ਜੀਓ। ਕਹਿੰਦੇ ਬੁਰੇ ਭਲੇ ਦੀ ਤੁਸੀਂ ਸਾਰ ਨਹੀਂ ਜਾਣਦੇ, ਨਿਰਣਾ ਨਹੀਂ ਕਰਦੇ, ਇਤਨਾ ਬਾਰ-ਬਾਰ ਮੋਹ ਦੇ ਕਿਚੜ 'ਚ, ਵਿਕਾਰਾਂ ਦੇ ਚਿੱਕੜ 'ਚ ਤੁਸੀਂ ਫਸੀ ਜਾ ਰਹੇ ਹੋ। ਅੰਤਰ ਮੈਲ ਲੋਭ ਬਹੁ ਝੂਠੇ, ਬਾਹਰ ਨਾਵਹੁ ਕਾਹੀ ਜੀਓ।
ਕਹਿੰਦੇ ਅੰਦਰ ਮੈਲ ਹੈ, ਲੋਭ ਹੈ, ਤ੍ਰਿਸ਼ਨਾ ਹੈ, ਝੂਠ ਹੈ, ਤੇ ਬਾਹਰ ਤੀਰਥ ਤੇ ਨਹਾਉਣ ਦੇ ਨਾਲ ਤਾਂ ਕੋਈ ਮੈਲ ਅੰਦਰਲੀ ਉਤਰਨੀ ਨਹੀਂ। ਨਿਰਮਲ ਨਾਮ ਜਪੋ ਸਤਿਗੁਰਮੁਖ ਅੰਤਰ ਕੀ ਗਤ ਤਾਂ ਹੀ ਜੀਓ। ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਨਿਰਮਲ ਪਵਿੱਤਰ ਨਾਮ ਜਿਹੜਾ ਜਪਣਾ ਕਰੋ, ਤਾਂ ਹੀ ਤੁਹਾਡੇ ਅੰਦਰਲੀ ਹਾਲਤ ਪਵਿੱਤਰ ਹੋਵੇਗੀ, ਅੰਦਰਲਾ ਮਨ ਪਵਿੱਤਰ ਹੋਵੇਗਾ। ਪਰ ਹਰ ਲੋਭ ਨਿੰਦਾ ਕੂੜ ਤਿਆਗੋ ਸੱਚ ਗੁਰਬਚਨੀ ਫਲ ਪਾਹੀ ਜੀਓ। ਕਹਿੰਦੇ ਛੱਡ ਦਿਓ ਲੋਭ, ਨਿੰਦਿਆ, ਝੂਠ, ਇਸ ਨੂੰ ਤਿਆਗ ਦਿਓ। ਸੱਚ ਕਹਿੰਦੇ ਗੁਰੂ ਦੇ ਬਚਨਾਂ ਤੇ ਚੱਲੋ, ਤਾਂ ਹੀ ਤੁਸੀਂ ਪ੍ਰਮਾਤਮਾ ਸੱਚ ਨਾਲ ਜੁੜ ਸਕਦੇ ਹੋ। ਇਹ ਫਲ ਤੁਹਾਨੂੰ ਮਿਲੇਗਾ। ਜਿਉਂ ਭਾਵ ਹੈ ਤਿਉਂ ਰਾਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਹੁਣ ਅਰਦਾਸ ਕਰਦੇ ਨੇ ਮਹਾਰਾਜ ਤੇ ਸਾਨੂੰ ਸਿਖਾਉਂਦੇ ਨੇ, ਹੇ ਵਾਹਿਗੁਰੂ ਜੀ, ਜਿਸ ਤਰ੍ਹਾਂ ਵੀ ਪਾਉਂਦਾ ਹੈ ਆਪਣੇ ਚਰਨਾਂ 'ਚ ਸਾਨੂੰ ਰੱਖ ਲਵੋ ਅਤੇ ਸਾਨੂੰ ਬਖਸ਼ਿਸ਼ ਕਰੋ ਨਾਮ ਦੀ, ਸ਼ਬਦ ਦੀ, ਬਾਣੀ ਦੀ, ਤਾਂ ਕਿ ਅਸੀਂ ਉਸ ਨੂੰ ਜਪੀਏ। ਹੁਣ ਮੈਂ ਬੇਨਤੀ ਕਰਾਂ, 5 ਮਿੰਟ ਬਾਕੀ ਨੇ। ਅੰਮ੍ਰਿਤ ਛਕਣਾ ਕਿਉਂ ਜ਼ਰੂਰੀ ਹੈ? ਸਤਿਗੁਰੂ ਨੇ ਇਸ ਵਿੱਚ ਕਹਿ ਦਿੱਤਾ ਕਿ ਸਾਡਾ ਜਨਮ ਹੀ ਤਾਂ ਹੋਇਆ ਹੈ, ਅਸੀਂ ਅੰਮ੍ਰਿਤ ਛਕਣ ਲਈ ਆਏ ਹਾਂ। ਗੁਰੂ ਨਾਨਕ ਦੇਵ ਜੀ ਦਾ ਬਚਨ ਹੈ। ਫਿਰ ਤੁਸੀਂ ਕਈ ਵਾਰੀ ਪੁਰਾਣੀ ਕਹਿੰਦੇ ਕੋਈ ਉਦਾਹਰਨ ਦਿਓ। ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਉਹਨਾਂ ਦੇ ਮਾਤਾ ਭੋਲੀ ਕੌਰ, ਉਹਨਾਂ ਨੇ ਅੰਮ੍ਰਿਤ ਨਹੀਂ ਛਕਿਆ। ਸੰਤਾਂ ਨੇ ਬਹੁਤ ਉਹਨਾਂ ਨੂੰ ਕਹਿਣਾ, ਮਾਤਾ ਜੀ ਅੰਮ੍ਰਿਤ ਛਕ ਲਓ। ਕਹਿਣਾ ਨਹੀਂ, ਮੈਨੂੰ ਕੀ ਲੋੜ ਹੈ, ਮੈਂ ਨਾਮ ਜਪਦੀ ਹਾਂ, ਮੈਂ ਚੰਗੇ ਕੰਮ ਕਰਦੀ ਹਾਂ। ਨਹੀਂ ਛਕਿਆ। ਜਦੋਂ ਡੈਥ ਹੋਈ ਤੇ ਧਰਮਰਾਜ ਨੇ ਉਹਨਾਂ ਨੂੰ ਕਿਹਾ ਵੀ ਨਹੀਂ, ਨਾ ਤਾਂ ਤੁਹਾਨੂੰ ਮੈਂ ਨਰਕਾਂ 'ਚ ਪਾ ਸਕਦਾ, ਤੁਸੀਂ ਬੜਾ ਸਿਮਰਨ ਕੀਤਾ ਤੇ ਐਸੇ ਮਹਾਂਪੁਰਖ ਨੂੰ ਜਨਮ ਦਿੱਤਾ, ਤੇ ਨਾ ਹੀ ਤੁਹਾਨੂੰ ਮੈਂ ਸੱਚਖੰਡ ਭੇਜ ਸਕਦਾ, ਅੰਮ੍ਰਿਤ ਨਹੀਂ ਛਕਿਆ ਤੁਸੀਂ, ਤੇ ਚਲੋ ਦੁਬਾਰਾ ਅੰਮ੍ਰਿਤ ਛਕ ਲਓ, ਤੁਹਾਨੂੰ ਫਿਰ ਭੇਜ ਦਿੰਦੇ ਹਾਂ। ਕਹਿੰਦੇ ਠੀਕ ਹੈ, ਭੇਜੋ। ਤੇ ਫਿਰ ਉਹ ਜਿਉਂਦੇ ਹੋਏ ਤੇ ਅੰਮ੍ਰਿਤ ਦੀ ਦਾਤ 5 ਸਿੰਘਾਂ ਤੋਂ ਲੈ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਫਿਰ ਅੰਮ੍ਰਿਤ ਛਕ ਕੇ ਫਿਰ ਗੁਰੂ ਨੂੰ ਪ੍ਰਵਾਨ ਹੋਏ। ਤੇ ਭਾਈ ਡੱਲੇ ਨੇ ਕਿਹਾ, ਸਤਿਗੁਰੂ ਜੀ ਮੈਨੂੰ ਆਪਣੀ ਹਜ਼ੂਰੀ ਵਿੱਚ, ਸੱਚਖੰਡ ਵਿੱਚ ਪੀੜੀ ਜਿੰਨੀ ਜਗ੍ਹਾ ਦੇ ਦੇਣੀ। ਦੇਖੋ ਮੈਂ ਆਪ ਜੀ ਦੀ ਬੜੀ ਸੇਵਾ ਕੀਤੀ। ਕਹਿੰਦੇ ਬਿਲਕੁਲ ਠੀਕ ਹੈ ਡੱਲਿਆ, ਜੋ ਮੰਗਦਾ ਤੈਨੂੰ ਮਿਲ ਜਾਵੇਗਾ, ਦੁਨੀਆ ਦਾ ਪਦਾਰਥ ਜੋ ਮਰਜ਼ੀ ਲੈ ਲਾ। ਕਹਿੰਦੇ ਨਾ ਨਾ ਮਹਾਰਾਜ, ਦੁਨੀਆ ਦੇ ਪਦਾਰਥ ਪਹਿਲੇ ਮੇਰੇ ਕੋਲ ਬੜੇ ਨੇ, ਮੈਨੂੰ ਸੱਚਖੰਡ 'ਚ ਜਗ੍ਹਾ ਦਿਓ ਆਪਣੇ ਨਾਲ। ਸਤਿਗੁਰੂ ਜੀ ਕਹਿਣ ਲੱਗੇ ਫਿਰ ਤੂੰ ਗੱਲ ਇਹ ਹੈ, ਪਹਿਲਾਂ ਅੰਮ੍ਰਿਤ ਛਕ, ਫਿਰ ਸੱਚਖੰਡ ਵਿੱਚ ਤੇਰਾ ਵਾਸਾ ਸਾਡੇ ਨਾਲ ਹੋਵੇਗਾ। ਤੇ ਸਾਧ ਸੰਗਤ ਜੀ, ਭਾਈ ਡੱਲੇ ਨੇ ਅੰਮ੍ਰਿਤ ਛਕਿਆ ਸਮੇਤ ਪਰਿਵਾਰ ਦੇ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਪ੍ਰਵਾਨ ਹੋਇਆ। ਹੁਣ ਮੈਂ ਬੇਨਤੀ ਕਰਾਂ ਕਿ ਮਾਧੋ ਦਾਸ ਬੈਰਾਗੀ, ਜਿਸ ਨੂੰ ਕਿਹਾ ਜਾਂਦਾ ਹੈ, ਬੜੀਆਂ ਰਿੱਧੀਆਂ ਸਿੱਧੀਆਂ ਨੇ, ਬੜਾ ਜਪ ਤਪ ਕੀਤਾ ਹੈ, ਬੰਦੇ ਬੈਠੇ ਦਾ ਮੰਜਾ ਮੁੱਧਾ ਮਾਰ ਛੱਡਦਾ ਸੀ। ਤੇ ਸਾਧ ਸੰਗਤ ਜੀ, ਤਾਂ ਵੀ ਉਸ ਨੂੰ ਲੋੜ ਪਈ ਹੈ ਅੰਮ੍ਰਿਤ ਛਕਣ ਦੀ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਆਪ ਪੰਜਾਂ ਵਿੱਚ ਲੱਗ ਕੇ ਉਸ ਨੂੰ ਅੰਮ੍ਰਿਤ ਛਕਾਇਆ, ਅਤੇ ਫਿਰ ਕੈਸਾ ਉਹਨਾਂ ਨੇ ਪਰਉਪਕਾਰ ਕੀਤਾ, ਜ਼ੁਲਮ ਦਾ ਨਾਸ਼ ਕੀਤਾ ਅਤੇ ਧਰਮ ਦਾ ਰਾਜ ਕੀਤਾ। ਮਹਾਰਾਜਾ ਰਣਜੀਤ ਸਿੰਘ ਜੀ ਨੇ ਅੰਮ੍ਰਿਤ ਛਕ ਕੇ ਫਿਰ ਕਿਹੋ ਜਿਹਾ 40 ਸਾਲ ਦੇ ਕਰੀਬ ਸਾਧ ਸੰਗਤ ਜੀ ਖਾਲਸਾ ਰਾਜ ਚਲਾਇਆ, ਕੈਸਾ ਨਿਆਂ ਕੀਤਾ ਕਿ ਇੱਕ ਵੀ ਪ੍ਰਾਣੀ ਨੂੰ ਦੁਖੀ ਨਹੀਂ ਹੋਣ ਦਿੱਤਾ। ਸੋ ਦੂਸਰੀ ਮੈਂ ਬੇਨਤੀ ਕਰਾਂ ਕਿ ਉਹਨਾਂ ਸਾਹਿਬ ਦੀ ਜੋ ਮਹਾਰਾਜ ਦੀ ਵੰਸ਼ ਚੱਲਦੀ ਆ ਰਹੀ ਹੈ, ਗੁਰੂ ਨਾਨਕ ਦੇਵ ਜੀ ਦੀ, ਬਾਬਾ ਕਲਾਧਾਰੀ ਜੀ ਗੁਰੂ ਸਾਹਿਬ ਕੋਲ ਆਏ, ਅਨੰਦਪੁਰ ਸਾਹਿਬ 10ਵੇਂ ਪਾਤਸ਼ਾਹ ਜੀ ਕੋਲ। ਜਦੋਂ ਇਹ 5 ਪਿਆਰਿਆਂ ਸਾਜਨਾ ਹੋ ਚੁੱਕੀ ਹੈ, ਖੰਡੇ ਬਾਟੇ ਦੀ ਅੰਮ੍ਰਿਤ ਦੀ ਪਹੁਲ ਮਹਾਰਾਜ ਦੇ ਚੁੱਕੇ ਨੇ, ਉਦੋਂ ਬਾਅਦ ਉਹ ਆਉਂਦੇ ਨੇ, ਕਹਿਣ ਲੱਗੇ ਮਹਾਰਾਜ ਜੀ ਅੱਗੇ ਕੁੱਲ ਖੜ ਗਈ ਹੈ, ਅਜੀਤ ਦੇ ਘਰ ਕੋਈ ਬੱਚਾ ਨਹੀਂ ਹੋ ਰਿਹਾ। ਸਤਿਗੁਰੂ ਜੀ ਕਹਿਣ ਲੱਗੇ ਅੰਮ੍ਰਿਤ ਛਕਾ ਲਓ। ਦੇਖੋ ਫਿਰ ਮਹਾਰਾਜ ਬਖਸ਼ਿਸ਼ ਕਰਨਗੇ। ਕਹਿੰਦੇ ਨੇ ਦੇਖੋ ਤੁਸੀਂ ਬੇਦੀਆਂ ਨੇ ਅੰਮ੍ਰਿਤ ਨਹੀਂ ਛਕਿਆ, ਤਰੇਣਾ ਨੇ ਗੁਰੂ ਅੰਗਦ ਸਾਹਿਬ ਦੇ ਅੰਸ਼ ਵੰਸ਼ ਨੇ ਅੰਮ੍ਰਿਤ ਛਕ ਲਿਆ, ਭੱਲਿਆਂ ਨੇ ਅੰਮ੍ਰਿਤ ਛਕ ਲਿਆ, ਗੁਰੂ ਅਮਰਦਾਸ ਜੀ ਦੀ ਵੰਸ਼ ਵਾਲਿਆਂ ਨੇ, ਅਤੇ ਸੋਢੀਆਂ ਵਿੱਚ ਤਾਂ ਅਸੀਂ ਹੈ ਹੀ ਸਾਰੇ, ਤੇ ਸੋਢੀਆਂ ਨੇ ਅੰਮ੍ਰਿਤ ਛਕ ਲਿਆ, ਤੇ ਤੁਸੀਂ ਕਿਉਂ ਨਹੀਂ ਛਕਦੇ? ਕਹਿੰਦੇ ਮਹਾਰਾਜ ਛਕ ਲੈਂਦੇ ਆ। ਕਹਿੰਦੇ ਛਕੋ। ਮਹਾਰਾਜ ਕਹਿੰਦੇ ਐਸਾ ਤੁਹਾਡੇ ਘਰ ਵਿੱਚ ਪੋਤਰਾ ਆਵੇਗਾ ਜਿਹੜਾ ਬੇਅੰਤ ਲੋਕਾਂ ਨੂੰ ਪਰਮੇਸ਼ਰ ਦੇ ਚਰਨਾਂ ਨਾਲ ਜੋੜੇਗਾ। ਫਿਰ ਬਾਬਾ ਸਾਹਿਬ ਸਿੰਘ ਬੇਦੀ ਦਾ ਜਨਮ ਹੋਇਆ ਸਾਧ ਸੰਗਤ ਜੀ। ਸੋ ਅੰਮ੍ਰਿਤ ਦੀ ਜੋ ਲੋੜ ਹੈ ਉਹ ਅਤ ਜ਼ਰੂਰੀ ਹੈ, ਮਸਟ ਹੈ ਅੰਮ੍ਰਿਤ ਛਕਣਾ।
ਸਾਡੀਆਂ ਜੋ ਰਹਿਤਾਂ ਨੇ ਉਹਦੇ ਵਿੱਚ ਇਹ ਜਿੱਥੇ ਸਤਿਸੰਗ ਜੀ ਵਿਦਿਆ ਸੰਸਕਾਰ ਹੈ, ਵਿਦਿਆ ਦੀ ਮਰਿਆਦਾ ਕਹਿ ਲਈ ਆਪਾਂ, ਵਿਦਿਆ ਦਾ ਜੋ ਪੜ੍ਹਨਾ ਪੜ੍ਹਾਉਣਾ ਹੈ, ਤੇ ਦੂਸਰਾ ਹੀ ਸੰਸਕਾਰ ਸਾਡਾ ਆ ਜਾਂਦਾ ਹੈ ਅੰਮ੍ਰਿਤ ਸੰਸਕਾਰ, ਤੀਸਰਾ ਹੈ ਆਨੰਦ ਸੰਸਕਾਰ, ਚੌਥਾ ਹੈ ਮ੍ਰਿਤਕ ਸੰਸਕਾਰ। ਪਰ ਸੰਤ ਭਿੰਡਰਾਂ ਵਾਲੇ ਨੇ 5 ਸੰਸਕਾਰ ਲਿਖੇ ਨੇ ਟਕਸਾਲ ਦੇ ਮੁਤਾਬਕ, ਪਹਿਲਾ ਜਨਮ ਸੰਸਕਾਰ ਵੀ ਹੈ। ਸੋ ਇਸ ਕਰਕੇ ਆਨੰਦ ਕਾਰਜ ਤੋਂ ਪਹਿਲਾਂ ਜੋ ਹੈ ਅੰਮ੍ਰਿਤ ਛਕਣਾ ਅਤ ਜ਼ਰੂਰੀ ਹੈ, ਤੇ ਹਰ ਸਿੱਖ ਸਿੱਖਣੀ ਦੇ ਲਈ ਇਹ ਅੰਮ੍ਰਿਤ ਛਕਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਅਸੀਂ ਸਾਧ ਸੰਗਤ ਜੀ ਫਿਰ ਗੁਰੂ ਸਾਹਿਬ ਜੀ ਦੇ ਸਕੂਲ 'ਚ ਦਾਖਲਾ ਲੈਂਦੇ ਹਾਂ ਅਤੇ ਪ੍ਰਵਾਨ ਹੁੰਦੇ ਹਾਂ। ਭੁੱਲਾਂ ਦੀ ਖਿਮਾ ਕਰਨੀ ਜੀ। ਸੋ ਦਾਸ ਦਾ ਸਮਾਂ ਸਮਾਪਤ ਹੈ ਅਤੇ ਦਾਸ ਨੇ 19 ਤਰੀਕ ਤੱਕ ਸੇਵਾ ਇੱਥੇ ਨਿਭਾਉਣੀ ਹੈ। 20 ਤਰੀਕ ਤੋਂ ਪੰਥ ਦੇ ਮਹਾਨ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਜੀ ਸੇਵਾ ਕਰਨ ਲਈ ਆ ਰਹੇ ਨੇ। ਸੋ ਭੁੱਲਾਂ ਬਖਸ਼ਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ
मेरे राम राए तू संतां का संत तेरे। 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 तेरे सेवक को किश नाही। तेरे सेवक को किछ नाही। जी तेरे सेवक को किछ नाही। तेरे सेवक को किछ नाही। जम नहीं आवे नेरे। मेरे राम राए तू संतां का संत तेरे। मेरे राम राए तू संतां का संत तेरे। तेरे सेवक को किछ नाही। तेरे सेवक को किछ नाही। जी तेरे सेवक को किछ नाही। तेरे सेवक को किछ नाही। जम नहीं आवे नेरे। मेरे राम राए तू संतां का संत तेरे। मेरे राम राए तू संतां का संत तेरे। जिसके सिर ऊपर तू स्वामी सो दुख कैसा पावे। जिसके सिर ऊपर तू स्वामी सो दुख कैसा पावे। बोल ना जाने माया मदमाता मरना चीत न आवे। मेरे राम राए तू संतां का संत तेरे। मेरे राम राए तू संतां का संत तेरे। तेरे सेवक को किछ नाही। तेरे सेवक को किछ नाही। जी तेरे सेवक को किछ नाही। तेरे सेवक को किछ नाही। जम नहीं आवे नेरे। मेरे राम राए तू संतां का संत तेरे। मेरे राम
ਮਰਨ ਦੁਖ ਨਾਸਾ। ਜੋ ਤੇਰੇ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾਸਾ। ਤੇਰੀ ਬਖਸ਼ ਨਾ ਮਿਟੈ ਕੋਈ ਸਤਿਗੁਰ ਕਾ ਦਿਲਾਸਾ। ਜੋ ਤੇਰੇ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁਖ ਨਾਸਾ। ਤੇਰੀ ਬਖਸ਼ ਨਾ ਮਿਟੈ ਕੋਈ ਸਤਿਗੁਰ ਕਾ ਦਿਲਾਸਾ। ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ। ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ। ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧੇ। ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧੇ। ਤੇਰੀ ਸਰਣ ਤੇਰੇ ਪਰਵਾਸੈ ਪੰਚ ਦੁਸ਼ਟ ਲੈ ਸਾਧੇ। ਜੀ ਤੇਰੀ ਸ਼ਰਨ ਤੇਰੇ ਪਰਵਾਸੈ ਪੰਚ ਦੁਸ਼ਟ ਲੈ ਸਾਧੇ। ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ। ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ। ਤੇਰੇ ਸੇਵਕ ਕੋ ਭਉ ਕਿਛ ਨਾਹੀਂ। ਤੇਰੇ ਸੇਵਕ ਕੋ ਭਉ ਕਿਛ ਨਾਹੀਂ। ਜਮ ਨਹੀਂ ਆਵੈ ਨੇਰੇ। ਜੀ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ। ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ। ਗਿਆਨ ਧਿਆਨ ਕਿਛ ਕਰਮ ਨ ਜਾਣਾ। ਸਾਰ ਨ ਜਾਣਾ ਤੇਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ।
ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਹੋਜ ਕਲ ਰਾਖੀ ਮੇਰੀ ਜੇ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਾਰ ਨ ਜਾਣਾ ਤੇਰੀ 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 ਸਾਰ ਨ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਮੇਰੀ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ 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 ਉਹ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜੀ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਜੀ ਮੇਰੇ ਰਾਮ ਰਾਏ ਸੰਤਾਂ ਕਾ ਸੰਤ ਤੇਰੇ ਸੇਵਕ ਕੋ ਭਉ ਕਿਛ ਨਾਹੀ ਤੇਰੇ ਸੇਵਕ ਕੋ ਭਉ ਕਿਛ ਨਾਹੀ ਜੀ ਤੇਰੇ ਸੇਵਕ ਕੋ ਭਉ ਕਿਛ ਨਾਹੀ ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀਂ ਆਵੈ ਨੇਰੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ 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 ਸੇਈ ਭਏ ਨਿਹਾਲ ਸੇਈ ਭਏ ਨਿਹਾਲ
ਸਿਮਰਿਆ ਸੇਈ ਭਏ ਨਿਹਾਲ ਸੇਈ ਭਏ ਨਿਹਾਲ ਸੇਈ ਭਏ ਨਿਹਾਲ ਗੁਰਪੂਰਾ ਦਿਨ ਸਿਮਰਿਆ ਗੁਰਪੂਰਾ ਦਿਨ ਸਿਮਰਿਆ ਸੇਈ ਭਏ ਨਿਹਾਲ ਸੇਈ ਭਏ ਨਿਹਾਲ ਸੇਈ ਭਏ ਨਿਹਾਲ ਸੇਈ ਭਏ ਨਿਹਾਲ ਨਾਨਕ ਨਾਮ ਆਰਾਧਨਾ ਨਾਨਕ ਨਾਮ ਆਰਾਧਨਾ ਕਾਰਜ ਆਵੈ ਰਾਸ ਕਾਰਜ ਆਵੈ ਰਾਸ ਜੀ ਨਾਨਕ ਨਾਮ ਆਰਾਧਨਾ ਨਾਨਕ ਨਾਮ ਆਰਾਧਨਾ ਕਾਰਜ ਆਵੈ ਰਾਸ ਕਾਰਜ ਆਵੈ ਰਾਸ ਸੇਈ ਭਏ ਨਿਹਾਲ ਸੇਈ ਭਏ ਨਿਹਾਲ ਸੇਈ ਭਏ ਨਿਹਾਲ ਸੇਈ ਭਏ ਨਿਹਾਲ ਗੁਰਪੂਰਾ ਦਿਨ ਸਿਮਰਿਆ ਗੁਰਪੂਰਾ ਦਿਨ ਸਿਮਰਿਆ ਸੇਈ ਭਏ ਨਿਹਾਲ ਸੇਈ ਭਏ ਨਿਹਾਲ ਸੇਈ ਭਏ ਨਿਹਾਲ ਸੇਈ ਭਏ ਨਿਹਾਲ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ 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 ਵਾਹਿਗੁਰੂ ਗੁਰਪੂਰਾ ਦਿਨ ਸਿਮਰਿਆ ਗੁਰਪੂਰਾ ਦਿਨ ਸਿਮਰਿਆ